ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਬਾਣੀ ਸੰਥਿਆ ਲਈ ਸਭ ਤੋਂ ਮੁੱਢਲੀ ਜ਼ਰੂਰਤ ਗੁਰਬਾਣੀ ਦੇ 35 ਅੱਖਰ ਜਿਨ੍ਹਾਂ ਨੂੰ ਆਪਾਂ ਵਰਣਮਾਲਾ ਜਾਂ ਊੜਾ ਐੜਾ ਵੀ ਕਹਿੰਦੇ ਹਾਂ, ਉਹਨਾਂ ਦੇ ਉਚਾਰਨ ਬਾਰੇ ਗੱਲ ਕਰਾਂਗੇ। ਜਿੰਨਾ ਸਮਾਂ ਸਾਨੂੰ ਇਹ 35 ਅੱਖਰ ਸ਼ੁੱਧ ਬੋਲਣੇ ਨਹੀਂ ਆਉਂਦੇ, ਓਨਾ ਸਮਾਂ ਅਸੀਂ ਗੁਰਬਾਣੀ ਦਾ ਉਚਾਰਨ ਵੀ ਸ਼ੁੱਧ ਨਹੀਂ ਕਰ ਸਕਦੇ। ਸੋ ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਇਹ ਇਕੱਲਾ ਇਕੱਲਾ ਅੱਖਰ ਜਿਹੜਾ ਹੈ ਉਹ ਸਹੀ ਬੋਲਣਾ ਆਉਣਾ ਚਾਹੀਦਾ। ਅਤੇ ਜੇਕਰ ਸਾਡੇ ਇਹ ਅੱਖਰ ਹੀ ਸ਼ੁੱਧ ਨਾ ਹੋ ਸਕੇ, ਖਾਸ ਕਰਕੇ ੰੰਗਾ, ඤੰඤਾ, ਯਈਆ, ੜਾੜਾ, ਣਾਣਾ, ਇਹ ਕੁਝ ਐਸੇ ਅੱਖਰ ਨੇ ਕਿ ਜਿਨ੍ਹਾਂ ਦੇ ਉਚਾਰਨ, ਜਿਨ੍ਹਾਂ ਦੀਆਂ ਧੁਨੀਆਂ ਸਾਡੇ ਸਮਾਜ ਵਿੱਚੋਂ ਅਲੋਪ ਹੋ ਚੁੱਕੀਆਂ ਨੇ, ਵਰਤੋਂ ਵਿੱਚ ਹੀ ਨਹੀਂ ਆ ਰਹੇ। ਇਸ ਲਈ ਇਹਨਾਂ ਅੱਖਰਾਂ ਨੂੰ ਬੋਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ੰੰਗੇ, ੰੰਗਾ ਅਤੇ ඤੰඤਾ, ਇਹਨਾਂ ਦੀ ਵਰਤੋਂ ਤਾਂ ਅੱਜ ਕੱਲ੍ਹ ਬਿਲਕੁਲ ਹੀ ਨਾ ਮਾਤਰ ਹੈ। ਗੁਰਬਾਣੀ ਵਿੱਚ ਸ਼ਬਦ ਗਿਆਨ ਵਰਤਿਆ, ਗਿਆਨੀ ਵਰਤਿਆ ੰੰਗੇ ਦੇ ਨਾਲ, ਪਰ ਅੱਜ ਕੱਲ੍ਹ ਗੱਗੇ ਦੇ ਨਾਲ ਇਹ ਸ਼ਬਦ ਵਰਤੇ ਜਾ ਰਹੇ ਨੇ, ਗਿਆਨੀ, ਗਿਆਨ। ਇਸੇ ਲਈ ਜਦੋਂ ਆਪਾਂ ਸਕੂਲ ਪੜ੍ਹਦੇ ਸਾਂ ਜਾਂ ਹੁਣ ਵੀ ਸਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਜੋ ਟੀਚਰ ਸਾਹਿਬਾਨ ਪੜ੍ਹਾਉਂਦੇ ਨੇ, ਤਾਂ ਉਹ ਕਹਿੰਦੇ ਨੇ ੰੰਗਾ ਖਾਲੀ, ੰੰਗਾ ਖਾਲੀ, ੰੰਗਾ ਵੀ ਨਹੀਂ ਕਹਿੰਦੇ। ਜੇ ੰੰਗਾ ਕਹਿਣਾ ਹੋਵੇ ਤਾਂ ਚੰਗੀ ਗੱਲ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਨਹੀਂ। ਬਹੁਤਾਤ ਵਿੱਚ ਐਸਾ ਹੈ, ਕਈ ਅਧਿਆਪਕ ਸਾਹਿਬਾਨ ਨੂੰ ਇਹਨਾਂ ਦੇ ਉਚਾਰਨ ਪਤਾ ਹੈ, ਉਹ ਸਹੀ ਕਰਾਉਂਦੇ ਵੀ ਹਨ, ਪਰ ਬਹੁਤਾਤ ਵਿੱਚ ਆਪਾਂ ਨੂੰ ੰੰਗਾ ਖਾਲੀ ਕਰਾਇਆ ਗਿਆ। ਨਹੀਂ ਭਾਈ ਜਨੋ, ਇਹ ਖਾਲੀ ਨਹੀਂ ਹੈ, ਭਰਿਆ ਹੋਇਆ ਹੈ। ਗੁਰੂ ਸਾਹਿਬਾਨ ਨੇ ਬਹੁਤ ਜ਼ਿਆਦਾ ਸ਼ਬਦ ਜਿਹੜੇ ੰੰਗੇ ਅਤੇ ඤੰඤੇ ਦੇ ਵਰਤੇ ਨੇ। ਸੋ ਇਹ ਸਾਡੀ ਮੁੱਢਲੀ ਜ਼ਰੂਰਤ ਹੈ ਸੰਥਿਆ ਲਈ। ਕਈ ਵਾਰ ਕਈ ਗੁਰਮੁਖ ਜਨ ਆਉਂਦੇ ਨੇ ਕਿ ਗੁਰਬਾਣੀ ਦੀ ਸੰਥਿਆ ਕਰਨੀ ਹੈ। ਜਦੋਂ ਕਹੀਦਾ ਕਿ ਭਾਈ ਊੜਾ ਐੜਾ ਸੁਣਾ, ਤਾਂ ਅੱਗੋਂ ਸ਼ਰਮ ਮਹਿਸੂਸ ਕਰਦੇ ਨੇ ਕਿ ਮੈਂ ਊੜਾ ਐੜਾ ਸੁਣਾਵਾਂ। ਮੈਂ ਤਾਂ ਜੀ BA ਕੀਤੀ ਹੋਈ ਹੈ, ਮੈਂ MA ਕੀਤੀ ਹੋਈ ਹੈ, ਮੈਂ ਇੰਨਾ ਪੜ੍ਹਿਆ ਹੋਇਆ, ਮੈਨੂੰ ਤਾਂ ਪੰਜਾਬੀ ਆਉਂਦੀ ਹੈ। ਨਹੀਂ, ਪੰਜਾਬੀ ਆਉਣੀ ਵੱਖਰੀ ਗੱਲ ਹੈ, ਗੁਰਬਾਣੀ ਸਿੱਖਣੀ ਵੱਖਰੀ ਗੱਲ ਹੈ। ਇਸ ਲਈ ਸਾਨੂੰ ਸਭ ਤੋਂ ਜ਼ਰੂਰੀ ਹੈ, ਪਹਿਲਾਂ ਇਹ 35 ਅੱਖਰ ਸਾਡੇ ਸ਼ੁੱਧ ਹੋਣੇ ਚਾਹੀਦੇ ਹਨ। ਉਸ ਤੋਂ ਬਾਅਦ ਹੀ ਅਸੀਂ ਗੁਰਬਾਣੀ ਸੰਥਿਆ ਵਾਲੇ ਪਾਸੇ ਨੂੰ ਤੁਰ ਸਕਦੇ ਹਾਂ। ਸੋ ਇਹ ਸਭ ਤੋਂ ਪਹਿਲਾ ਸਟੈਪ ਹੈ ਗੁਰਬਾਣੀ ਸੰਥਿਆ ਲਈ। ਜਿੰਨੇ ਵੀ ਨਵੇਂ ਗੁਰਮੁਖ ਜਨ ਜੁੜ ਰਹੇ ਹਨ ਗੁਰਬਾਣੀ ਸੰਥਿਆ ਦੇ ਨਾਲ, ਇਸ ਚੈਨਲ ਦੇ ਨਾਲ ਬਹੁਤ ਜ਼ਿਆਦਾ ਬੱਚੇ ਵੀ ਜੁੜੇ ਹੋਏ ਨੇ। ਸੋ ਇਹ ਸਾਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਦੀ ਇਹ ਵੀਡੀਓ ਕਲਿੱਪ ਆਪਾਂ ਬਣਾ ਰਹੇ ਹਾਂ। ਊੜਾ ਐੜਾ ਈੜੀ ਸੱਸਾ ਹਾ, ਇਸ ਤਰ੍ਹਾਂ ਉਚਾਰਨ ਕਰਨੇ ਹਨ। ਊੜਾ ਐੜਾ, ਆੜਾ ਨਹੀਂ ਕਹਿਣਾ, ਐੜਾ, ਈੜੀ ਸੱਸਾ ਹਾ, ਕੱਕਾ, ਖੱਖਾ, ਗੱਗਾ, ਘੱਗਾ, ੰੰਗਾ। ਇੱਥੇ ਆ ਕੇ ਅਸੀਂ ਚੱਕਰ ਖਾ ਜਾਂਦੇ ਹਾਂ, ਇਸ ਸ਼ਬਦ ਦਾ ਉਚਾਰਨ ਹੀ ਨਹੀਂ ਕਰਨਾ ਆਉਂਦਾ। ਇੱਕ ਗੱਲ ਧਿਆਨ ਰੱਖਣੀ, ਜਿਸ ਆਕਾਰ ਦੇ ਵਿੱਚ ਕੱਕਾ ਸ਼ਬਦ ਬੋਲਿਆ ਗਿਆ,
ਬਾਕੀ ਦੇ 4 ਅੱਖਰ ਵੀ ਉਸੇ ਆਕਾਰ ਦੇ ਵਿੱਚ ਹੀ ਬੋਲੇ ਜਾਣਗੇ। ਇਹਨਾਂ ਨੂੰ ਕਹਿੰਦੇ ਨੇ ਕਵਰਗ, ਕੱਕੇ ਦਾ ਵਰਗ। ਕੱਕੇ ਦੀ ਲੈਣ ਵਾਲੇ ਬਾਕੀ ਸਾਰੇ ਜਿਹੜੇ ਅੱਖਰ ਨੇ, ਜਿਵੇਂ ਕੱਕਾ, ਖੱਖਾ, ਗੱਗਾ, ਘੱਗਾ, ঙ, ਬਹੁਤ ਧਿਆਨ ਰੱਖਣਾ ਹੈ ਅਤੇ ਵਾਰ-ਵਾਰ ਉਚਾਰਨ ਕਰਨਾ ਹੈ। ঙ ਗਲੇ ਦੇ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ। ਅਤੇ ਇਸ ਨੂੰ ਪਕਾਉਣ ਦਾ ਇੱਕੋ ਹੀ ਸਭ ਤੋਂ ਸੌਖਾ ਤਰੀਕਾ ਹੈ। ਇੱਕ ਵਾਰ ঙ ਬੋਲਣਾ ਹੈ, ਫਿਰ ਕੱਕਾ, ঙ, ਕੱਕਾ, ਖੱਖਾ, ঙ। ਇਹ ਸਮਝਾਉਣ ਮਾਤਰ ਹੈ ਕਿ ਜਿਸ ਤਰ੍ਹਾਂ ਕੱਕਾ ਬੋਲਿਆ ਗਿਆ, ਜਿਸ ਤਰ੍ਹਾਂ ਖੱਖਾ ਬੋਲਿਆ ਗਿਆ, ਜਿਸ ਤਰ੍ਹਾਂ ਗੱਗਾ ਬੋਲਿਆ ਗਿਆ, ਘੱਗਾ ਬੋਲਿਆ ਗਿਆ, ਉਸੇ ਤਰ੍ਹਾਂ ঙ ਬੋਲਿਆ ਜਾਣਾ ਹੈ। ਅਤੇ ਜੇਕਰ ਆਪਾਂ ਕੱਕਾ, ਖੱਖਾ, ਗੱਗਾ, ਘੱਗਾ ਨੌਵਾਂ ਕਰਾਂਗੇ ਤਾਂ ਬਿਲਕੁਲ ਹੀ ਵੱਖਰਾ ਹੋ ਜਾਏਗਾ। ਇਸ ਕਰਕੇ ਧਿਆਨ ਰੱਖਣਾ ਹੈ, ਜਿਸ ਤਰ੍ਹਾਂ ਕੱਕਾ ਬੋਲਿਆ ਗਿਆ, ਜਿਸ ਤਰ੍ਹਾਂ ਖੱਖਾ ਬੋਲਿਆ ਗਿਆ, ਉਸੇ ਤਰ੍ਹਾਂ ঙ ਵੀ ਬੋਲਣਾ ਹੈ। ਚੱਚਾ, ਛੱਛਾ, ਜੱਜਾ, ਝੱਜਾ, ਞ। ਇਹ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ, ਕੱਕਾ, ਖੱਖਾ, ਗੱਗਾ, ਘੱਗਾ, ঙ। ਇਸੇ ਤਰ੍ਹਾਂ ਚੱਚਾ, ਛੱਛਾ, ਜੱਜਾ, ਝੱਜਾ, ਞ। ਜਿਸ ਤਰ੍ਹਾਂ ਚੱਚਾ ਬੋਲਿਆ ਗਿਆ ਸੀ, ਉਸੇ ਤਰ੍ਹਾਂ ਛੱਛਾ, ਉਸੇ ਤਰ੍ਹਾਂ ਜੱਜਾ, ਉਸੇ ਤਰ੍ਹਾਂ ਝੱਜਾ, ਉਸੇ ਤਰ੍ਹਾਂ ਞ। ਮਤਲਬ ਜਿਵੇਂ ਆਪਾਂ ਕੱਕੇ ਦਾ ਉਚਾਰਨ ਕੀਤਾ, ਜਿਵੇਂ ਆਪਾਂ ঙ ਦਾ ਇੱਕੋ ਲਾਈਨ ਦੇ ਵਿੱਚ ਕੱਕਾ, ঙ, ਇਸੇ ਤਰ੍ਹਾਂ ਚੱਚਾ ਅਤੇ ਞ, ਛੱਛਾ, ਞ, ਜੱਜਾ, ਞ। ਇਸ ਤਰ੍ਹਾਂ ਆਪਾਂ ਉਚਾਰਨ ਇਹ ਕਰਨਾ ਹੈ। ਚੱਚਾ, ਛੱਛਾ, ਜੱਜਾ, ਝੱਜਾ, ਞ। ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ। ਇਹ ਆਪਾਂ ਨੈਗੇਟਿਵ ਕਰਕੇ ਇਸ ਨੂੰ ਟੈਂਕਾ ਪੜ੍ਹਦੇ ਹਾਂ। ਹਾਲਾਂਕਿ ਗੁਰਬਾਣੀ ਵਿੱਚ ਟੱਟਾ ਸ਼ਬਦ ਵਰਤਿਆ ਗਿਆ। ਟੱਟਾ, ਠੱਠਾ, ਡੱਡਾ, ਢੱਡਾ, ਨਾਣਾ। ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਯਈਆ, ਰਾਰਾ, ਲੱਲਾ। ਇਸੇ ਤਰ੍ਹਾਂ 6 ਅੱਖਰ ਜਿਹੜੇ ਪੈਰ ਬਿੰਦੀ ਵਾਲੇ ਜੋ ਬਾਅਦ ਵਿੱਚ ਐਡ ਕੀਤੇ ਗਏ, ਉਹਨਾਂ ਦੇ ਉਚਾਰਨ ਦੀ ਵੀ ਜੇਕਰ ਗੱਲ ਕਰੀਏ ਤਾਂ ਸਾਨੂੰ ਇਹਨਾਂ ਦੇ ਉਚਾਰਨ ਨਹੀਂ ਕਰਾਏ ਜਾਂਦੇ। ਕੇਵਲ ਇੰਨਾ ਹੀ ਇਸ਼ਾਰਾ ਕੀਤਾ ਜਾਂਦਾ ਹੈ, ਲੱਲੇ ਪੈਰ ਬਿੰਦੀ, ਛੱਛੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਪਰ ਉਚਾਰਨ ਤਾਂ ਨਹੀਂ ਹੋਇਆ ਨਾ। ਇਸ ਲਈ ਇਹਨਾਂ ਦੇ ਉਚਾਰਨ ਵੀ ਆਪਾਂ ਧਿਆਨ ਵਿੱਚ ਰੱਖਣੇ ਹਨ। ਜੇ ਲੱਲੇ ਦੇ ਪੈਰ ਵਿੱਚ ਬਿੰਦੀ ਲਾਉਂਦੇ ਹਾਂ ਤਾਂ ਕੀ ਉਚਾਰਨ ਬਣਦਾ ਹੈ, ਸੱਸੇ ਦੇ ਪੈਰ ਵਿੱਚ ਬਿੰਦੀ ਲਾਉਂਦੇ ਹਾਂ ਤਾਂ ਕੀ ਉਚਾਰਨ ਬਣਦਾ ਹੈ, ਖੱਖੇ ਦੇ ਪੈਰ ਵਿੱਚ ਬਿੰਦੀ ਲੱਗ ਕੇ ਕੀ ਬਣੇਗਾ, ਗੱਗੇ ਦੇ ਪੈਰ ਵਿੱਚ ਬਿੰਦੀ ਲੱਗ ਕੇ ਕੀ ਬਣੇਗਾ। ਇਹਨਾਂ ਦੇ ਉਚਾਰਨ ਵੀ ਸਾਨੂੰ ਜ਼ਰੂਰੀ ਹੈ। ਲੱਲੇ ਦੇ ਪੈਰ ਵਿੱਚ ਬਿੰਦੀ ਲਲਾ, ਸੱਸੇ ਦੇ ਪੈਰ ਵਿੱਚ ਬਿੰਦੀ ਛਛਾ, ਖੱਖੇ ਦੇ ਪੈਰ ਬਿੰਦੀ ਖਖਾ, ਖੱਖਾ ਨਹੀਂ ਕਹਿਣਾ ਖਖਾ, ਗੱਗੇ ਦੇ ਪੈਰ ਬਿੰਦੀ ਗਗਾ, ਗੱਗਾ ਨਹੀਂ ਕਹਿਣਾ, ਜੱਜੇ ਦੇ ਪੈਰ ਬਿੰਦੀ ਜਜਾ, ਜੱਜਾ ਨਹੀਂ ਕਹਿਣਾ, ਫੱਫੇ ਦੇ ਪੈਰ ਬਿੰਦੀ ਫਫਾ। ਜਿਸ ਤਰ੍ਹਾਂ ਫੱਫਾ ਆਪਾਂ ਬੋਲਦੇ ਹਾਂ, ਬੁੱਲ ਜੁੜਦੇ ਆ, ਪਰ ਇੱਥੇ ਜਦੋਂ ਇਹਨੂੰ ਬੋਲਣਾ ਹੈ ਫਫਾ, ਬੁੱਲ ਨਹੀਂ ਜੁੜਨੇ ਚਾਹੀਦੇ। ਇਹ ਪੈਰ ਬਿੰਦੀ ਦਾ ਉਚਾਰਨ ਹੈ। ਹੁਣ ਕੀ ਭੇਦ ਹੈ, ਇੱਕ ਲੱਲਾ ਹੈ, ਇੱਕ ਲਲਾ, ਇੱਕ ਸੱਸਾ, ਇੱਕ ਛਛਾ, ਇੱਕ ਖੱਖਾ, ਇੱਕ ਖਖਾ, ਇੱਕ ਗੱਗਾ ਅਤੇ ਗਗਾ, ਜੱਜਾ, ਜਜਾ,
ਫੱਫਾ ਹਫਾ, ਇਹ ਪੈਰ ਬਿੰਦੀ ਦੇ ਜਿਹੜੇ ਉਚਾਰਨ ਭੇਦ ਨੇ। ਇਸੇ ਤਰ੍ਹਾਂ 35 ਅੱਖਰਾਂ ਦੇ ਵਿੱਚ ਕੁਝ ਸ਼ਬਦ ਜਿਹੜੇ ਨੇ ਜੋ ਕਈ ਵਾਰ ਆਪਸ ਵਿੱਚ ਰਲ ਜਾਂਦੇ ਨੇ ਬਹੁਤਾਤ ਵਿੱਚ, ਜਿਸ ਤਰ੍ਹਾਂ ਜੱਜਾ ਤੇ ਯਈਏ ਦਾ ਉਚਾਰਨ ਹੈ। ਕਈ ਗੁਰਮੁਖ ਜਨ ਇਹਨਾਂ ਦਾ ਜਿਹੜਾ ਹੈ ਡਿਫਰੈਂਸ ਨਹੀਂ ਸਮਝ ਸਕਦੇ, ਉਹ ਧਿਆਨ ਵਿੱਚ ਰੱਖਣਾ ਹੈ। ਜੱਜਾ ਤੇ ਯਈਆ, ਜੱਜਾ ਯਈਆ, ਇਹ ਧਿਆਨ ਵਿੱਚ ਰੱਖਣਾ ਹੈ। ਇਸੇ ਤਰ੍ਹਾਂ ਬੱਬਾ ਤੇ ਭੱਬੇ ਦਾ ਉਚਾਰਨ, ਨੰਨੇ ਤੇ ਨਾਣੇ ਦਾ ਉਚਾਰਨ, ਇਹ ਧਿਆਨ ਵਿੱਚ ਰੱਖਣਾ। ਇਕੱਲੇ ਇਕੱਲੇ ਸ਼ਬਦ ਦਾ ਜੋ ਉਚਾਰਨ ਪਿੱਛੇ ਆਪਾਂ ਕਰ ਰਹੇ ਹਾਂ, ਇਹਨਾਂ ਨੂੰ ਧਿਆਨ ਵਿੱਚ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।